हाँ जी, सत श्री अकाल दोस्तों, ਤੁਹਾਡਾ ਸਵਾਗਤ है जी ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ। ਦੋਸਤੋ ਅੱਜ ਆਪਾਂ ਪੰਜਾਬ ਪਟਵਾਰੀ ਦਾ ਜੋ ਪ੍ਰੀਲਿਮਸ ਪੇਪਰ ਹੋਇਆ ਉਹਦਾ ਵਿਸ਼ਲੇਸ਼ਣ ਕਰਾਂਗੇ, ਉਹਦਾ ਐਨਾਲਿਸਿਸ ਕਰਾਂਗੇ। ਠੀਕ ਹੈ, ਤੇ 120 ਕੁਐਸਚਨ ਆਏ ਸੀਗੇ, 120 ਮਿੰਟ ਦੀ ਟਾਈਮਿੰਗ ਸੀਗੀ। ਇੱਕ ਨੰਬਰ ਦਾ ਇੱਕ ਕੁਐਸਚਨ ਸੀਗਾ, ਨੈਗੇਟਿਵ ਮਾਰਕਿੰਗ ਸੀ 0.25 ਦੀ। ਠੀਕ ਹੈ, OMR ਬੇਸਡ ਪੇਪਰ ਸੀਗਾ। ਜਿਨ੍ਹਾਂ ਕੈਂਡੀਡੇਟਸ ਨੇ ਪੇਪਰ ਨਹੀਂ ਦਿੱਤਾ ਤਾਂ ਉਹਨਾਂ ਲਈ ਇਹ ਬਹੁਤ ਵੀਡੀਓ ਅੱਛੀ ਰਹਿਣ ਵਾਲੀ ਹੈ, ਜਿਨ੍ਹਾਂ ਨੇ ਅੱਗੇ ਹੋਰ ਪੋਸਟਾਂ ਲਈ ਅਪਲਾਈ ਕੀਤਾ ਹੋਇਆ। ਠੀਕ ਹੈ, ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਤੇ ਇੱਕ ਚੀਜ਼ ਹੋਰ, ਵੀਡੀਓ ਨੂੰ ਐਂਡ ਤੱਕ ਦੇਖਣ ਤੋਂ ਬਾਅਦ ਆਪਣਾ ਸਕੋਰ ਕੈਲਕੂਲੇਟ ਕਰਕੇ, ਹਾਲਾਂਕਿ ਤੁਸੀਂ ਪਹਿਲਾਂ ਕੈਲਕੂਲੇਟ ਕਰ ਲਿਆ ਹੋਣਾ ਕਈਆਂ ਨੇ, ਜਿਨ੍ਹਾਂ ਨੇ ਕਰ ਲਿਆ ਉਹ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਅਟੈਂਪਟਡ ਕੁਐਸਚਨ, ਠੀਕ ਹੈ, ਕਿੰਨੇ ਤੁਸੀਂ ਅਟੈਂਪਟ ਕੀਤੇ ਆ, ਪਲੱਸ ਕਿੰਨਾ ਤੁਹਾਡਾ ਸਕੋਰ ਬਣ ਰਿਹਾ ਆਫਟਰ ਨੈਗੇਟਿਵ ਮਾਰਕਿੰਗ ਕੱਟਣ ਤੋਂ ਬਾਅਦ, ਕਿੰਨਾ ਤੁਹਾਡਾ ਸਕੋਰ ਬਣ ਰਿਹਾ ਉਹ ਤੁਸੀਂ ਜ਼ਰੂਰ ਲਿਖਣਾ। ਠੀਕ ਹੈ, ਤਾਂ ਕਿ ਆਪਾਂ ਕੱਟ ਆਫ ਦਾ ਜਿਹੜਾ ਇੱਕ ਅੰਦਾਜ਼ਾ ਰਫ ਆਈਡੀਆ ਲਗਾ ਸਕੀਏ। ਤੇ ਅੱਗੇ ਆਪਾਂ ਫਟਾਫਟ ਇਹਦੀ ਆਨਸਰ ਕੀ ਚੈੱਕ ਕਰਾਂਗੇ ਦੋਸਤੋ। ਤੇ ਪਹਿਲਾਂ ਜਿਹੜੇ ਕੁਐਸਚਨ ਆਉਂਦੇ ਆ ਉਹ ਰੀਜ਼ਨਿੰਗ ਦੇ ਆਉਂਦੇ ਆ। ਸਭ ਤੋਂ ਪਹਿਲਾਂ ਸੀ ਜੀ, ਇਹਦਾ ਆਉਣਾ ਸੀ A ਆਪਸ਼ਨ 94। ਸੈਕਿੰਡ ਦਾ ਦੋਸਤੋ, ਸੈਕਿੰਡ ਦੀ ਵੀ E ਆਪਸ਼ਨ ਆਣੀ ਸੀ EJ। ਥਰਡ ਦੇ ਵਿੱਚ ਦੋਸਤੋ ਸੀਰੀਜ਼ ਸੀ, ਇਹਦਾ ਆਉਣਾ ਸੀ A ਆਪਸ਼ਨ 33। ਤੇ ਫੋਰਥ ਦੇ ਵਿੱਚ ਦੋਸਤੋ ਐਨਾਲੋਜੀ ਦਾ ਕੁਐਸਚਨ ਸੀਗਾ, ਇਹਦੇ ਵਿੱਚ D ਆਪਸ਼ਨ ਆਣੀ ਸੀ ਸ਼ਰਬ। ਤੇ ਨੈਕਸਟ ਦੋਸਤੋ ਇਹਦੇ 'ਚ ਵੀ ਜਿਹੜੀ ਆਪਸ਼ਨ ਆਣੀ ਸੀ ਫਿਫਥ ਦੇ ਵਿੱਚ C ਆਪਸ਼ਨ ਆਣੀ ਸੀ 290। ਤੇ ਸਿਕਸਥ ਦੇ ਵਿੱਚ ਦੋਸਤੋ ਇਹਦੀ ਆਪਸ਼ਨ ਆਣੀ ਸੀ C ਲਾਰਜ, ਔਡ ਵਨ ਆਊਟ ਕੱਢਣਾ ਸੀ। ਤੇ ਨੈਕਸਟ ਦੋਸਤੋ ਕੋਡਿੰਗ ਡੀਕੋਡਿੰਗ ਦੇ ਵਿੱਚ ਇਹਦੀ ਰਾਈਟ ਆਪਸ਼ਨ ਆਣੀ ਸੀ D ਆਪਸ਼ਨ ERIRNY। ਤੇ ਅੱਗੇ ਦੋਸਤੋ ਇਸੇ ਦੇ ਵਿੱਚ ਗਲੇਰੇ ਦਾ ਕੋਡ ਦਿੱਤਾ ਹੋਇਆ ਸੀਗਾ, ਤੇ ਇਹਦਾ ਸਹੀ ਕੋਡ ਤੁਸੀਂ ਕੱਢਣਾ ਸੀਗਾ। ਸਹੀ ਕੋਡ ਬਣਦਾ ਸੀ ਇਹਦਾ 199532 C ਆਪਸ਼ਨ। ਅੱਗੇ ਚੱਲਦੇ ਹਾਂ। ਨੈਕਸਟ ਦੇ ਵਿੱਚ ਬਲੱਡ ਰਿਲੇਸ਼ਨ ਦੇ ਵਿੱਚ D ਆਪਸ਼ਨ ਸੀ ਸਿਸਟਰ ਇਨ ਲਾਅ। ਤੇ ਅਮਿਤ ਨੇ ਡਾਇਰੈਕਸ਼ਨ ਵਾਲਾ ਸੀਗਾ, ਇਹਦੇ ਵਿੱਚ ਸਾਊਥ ਈਸਟ ਆਣਾ ਸੀ C ਆਪਸ਼ਨ। ਤੇ 11 ਦੇ ਵਿੱਚ ਜਿਹੜਾ A ਆਪਸ਼ਨ ਆਣੀ ਸੀਗੀ, ਤੇ ਜਿਹੜਾ ਗੂਗਲ ਤੇ ਮਤਲਬ ਦਿੱਤਾ ਹੋਇਆ ਇਹਦਾ ਜੋ ਵੀ ਆਨਸਰ ਵਗੈਰਾ ਉਹ A ਆਪਸ਼ਨ ਦਿੱਤੀ ਹੋਈ ਹੈ। ਤੇ ਨੈਕਸਟ ਦੋਸਤੋ 12 ਦੇ ਵਿੱਚ C ਆਪਸ਼ਨ 7 ਆਣਾ ਸੀਗਾ। 13 ਦੇ ਵਿੱਚ B ਆਪਸ਼ਨ 7 ਆਣਾ ਸੀਗਾ, 7th ਪੋਜੀਸ਼ਨ ਸੀ ਉਹਦੀ ਰਾਈਟ ਫਰੋਮ ਦਾ ਰਾਈਟ। ਵਾਟ ਇਜ਼ ਦਾ ਪੋਜੀਸ਼ਨ ਆਫ D ਫਰੋਮ ਦਾ ਲੈਫਟ, D ਦੀ ਪੋਜੀਸ਼ਨ ਦੱਸਣੀ ਸੀ ਲੈਫਟ ਤੋਂ, ਤਾਂ 7th ਪੋਜੀਸ਼ਨ ਸੀ। ਤੇ ਦੋਸਤੋ 14 ਦੇ ਵਿੱਚ ਤੁਸੀਂ ਡੇ ਦੱਸਣਾ ਸੀਗਾ ਤੇ ਕਿਹੜਾ ਦਿਨ ਬਣਦਾ ਉਸ ਦਿਨ। ਇਸ ਦਿਨ ਦੋਸਤੋ D ਆਪਸ਼ਨ ਸੰਡੇ ਬਣਦਾ ਸੀਗਾ। ਤੇ ਅੱਗੇ ਸਟੂਡੈਂਟ ਵਾਲਾ ਸੀਗਾ, ਉਹਨੇ ਸਟੂਡੈਂਟ ਨੇ ਕਿੰਨੇ ਸਮ ਜਿਹੜੇ ਸਹੀ ਕੀਤੇ ਕਿੰਨੇ ਗਲਤ ਕੀਤੇ ਇਹ ਸੀਗਾ। ਇਹਦੇ ਵਿੱਚ ਸਹੀ ਆਪਸ਼ਨ 16 ਬਣਦਾ ਸੀ, B ਆਪਸ਼ਨ 16। ਤੇ ਨੈਕਸਟ ਦੋਸਤੋ 11 ਦੇ ਵਿੱਚ ਕਿਹੜਾ ਡਿਵਿਜ਼ੀਬਲ ਸੀ 11 ਨਾਲ, B ਆਪਸ਼ਨ ਸੀਗੀ। ਅੱਗੇ ਚੱਲਦੇ ਹਾਂ। ਨੈਕਸਟ ਦੇ ਵਿੱਚ ਤੁਸੀਂ HCF ਫਾਈਂਡ ਕਰਨਾ ਸੀਗਾ, 35 ਆਪਸ਼ਨ ਸੀ, 35 ਸੈਂਟੀਮੀਟਰ C ਆਪਸ਼ਨ। ਤੇ ਨੈਕਸਟ ਦੇ ਵਿੱਚ ਤੁਸੀਂ ਸਿੰਪਲ ਇਹਦੇ 'ਚ ਫਾਰਮੂਲਾ ਪੁੱਟ ਕਰ ਦੇਣਾ ਸੀਗਾ। ਫਾਰਮੂਲਾ ਪੁੱਟ ਕਰਨ ਤੋਂ ਬਾਅਦ ਇਹਦਾ 4 ਆਨਸਰ ਆ ਜਾਣਾ ਸੀ, 18 ਦਾ D। ਤੇ ਨੈਕਸਟ 19ਵੇਂ ਦੇ ਵਿੱਚ ਵੀ ਤੁਸੀਂ ਫਾਰਮੂਲਾ ਪੁੱਟ ਕਰਨਾ ਸੀ A³ - B³ ਵਾਲਾ। ਤੇ ਉਹਨੂੰ ਐਕਸਪੈਂਡ ਕਰਨ ਤੋਂ ਬਾਅਦ ਕਟਾ ਕੇ ਜਿਹੜਾ ਆਪਸ਼ਨ ਬਣ ਜਾਂਦੀ ਆਪਣੇ ਕੋਲ 0.30 ਬਣ ਜਾਂਦੀ ਆ, C ਆਪਸ਼ਨ। ਤੇ ਨੈਕਸਟ ਦੋਸਤੋ 1/5 ਆਫ ਅ ਨੰਬਰ, ਇਹਦਾ ਸੀਗਾ ਤੁਹਾਡਾ B ਆਪਸ਼ਨ 40। ਤੇ ਨੈਕਸਟ ਦੋਸਤੋ 21ਵੇਂ ਦੇ ਵਿੱਚ ਸੀਗਾ A ਆਪਸ਼ਨ 39 ਸਾਲ ਸੀ ਪਿਤਾ ਦੀ ਉਮਰ। ਤੇ ਨੈਕਸਟ ਸਟੂਡੈਂਟ ਨੇ ਸਕੋਰ ਕੀਤਾ 55%, ਇਹਦੇ ਵਿੱਚ C ਆਪਸ਼ਨ ਰਾਈਟ ਸੀਗੀ 66। ਫਰੈਸ਼ ਗ੍ਰੇਪਸ ਵਾਲੇ ਦਾ ਰਾਈਟ ਆਪਸ਼ਨ ਸੀਗਾ 1125 C ਆਪਸ਼ਨ। ਤੇ ਦੋਸਤੋ ਐਪਲ ਵਾਲਾ ਜਿਹੜਾ ਕੁਐਸਚਨ ਸੀਗਾ 24ਵਾਂ ਕੁਐਸਚਨ, ਇਹਦਾ ਰਾਈਟ ਆਨਸਰ A ਹੈ ਜੀ 90। ਸਕੂਟਰ ਵਾਲੇ ਦਾ ਜਿਹੜਾ ਰਾਈਟ ਆਪਸ਼ਨ ਆ 25ਵੇਂ ਦਾ ਉਹ ਬਣਦਾ ਸੀਗਾ C ਆਪਸ਼ਨ 500। ਤੇ ਨੈਕਸਟ ਦੋਸਤੋ ਸੀਗਾ 26ਵਾਂ ਕੁਐਸਚਨ, ਇਹਦੇ ਵਿੱਚ ਰਾਈਟ ਆਪਸ਼ਨ ਬਣਦਾ 3/4 A ਆਪਸ਼ਨ। ਤੇ ਨੈਕਸਟ ਪਰਸੈਂਟੇਜ ਵਾਲੇ ਦੇ ਵਿੱਚ ਜਿਹੜਾ ਰਾਈਟ ਆਪਸ਼ਨ B ਬਣਦਾ ਸੀ 9:8। ਤੇ ਟਾਈਮ ਐਂਡ ਵਰਕ ਦੇ ਸੀਗੇ ਅੱਗੇ 2 ਸਵਾਲ। ਪਹਿਲੇ ਦੇ ਵਿੱਚ A ਆਪਸ਼ਨ ਸੀਗੀ 4, ਦੂਜੇ ਦੇ ਵਿੱਚ ਰਾਈਟ ਆਪਸ਼ਨ ਸੀਗੀ 15 C ਆਪਸ਼ਨ। ਤੇ ਨੈਕਸਟ ਦੋਸਤੋ ਜਿਹੜਾ ਟਾਈਮ ਐਂਡ ਡਿਸਟੈਂਸ ਦਾ ਸੀਗਾ, ਇਹਦੇ ਵਿੱਚ ਪਹਿਲੀ ਦੀ ਰਾਈਟ ਆਪਸ਼ਨ ਬਣਦੀ ਸੀ 30। ਤੇ ਨੈਕਸਟ ਦੋਸਤੋ ਇਹਦੇ ਵਿੱਚ ਸੀਗਾ ਜਿਹੜੀ ਰਾਈਟ ਆਪਸ਼ਨ ਤੁਹਾਡੀ ਬਣਦੀ ਆ ਉਹ ਬਣਦੀ ਆ A ਆਪਸ਼ਨ 2 ਘੰਟੇ 6 ਕਿਲੋਮੀਟਰ ਫਰੋਮ ਸਟੇਸ਼ਨ A। ਤੇ ਨੈਕਸਟ ਦੋਸਤੋ ਟ੍ਰੇਨ ਵਾਲੇ ਦੇ ਵਿੱਚ ਜਿਹੜੀ ਤੁਹਾਡੀ ਰਾਈਟ ਆਪਸ਼ਨ ਬਣਦੀ ਸੀ ਉਹ 250 ਮੀਟਰ ਬਣਦੀ ਸੀ। ਤੁਸੀਂ ਟੋਟਲ ਡਿਸਟੈਂਸ ਦੇ ਵਿੱਚੋਂ ਪਲੇਟਫਾਰਮ ਦਾ ਜਿਹੜਾ ਡਿਸਟੈਂਸ ਆ ਉਹ ਮਾਈਨਸ ਕਰ ਦੇਣਾ ਸੀ, ਤੇ ਦੈਨ ਤੁਹਾਡੀ ਟ੍ਰੇਨ ਦੀ ਜਿਹੜੀ ਡਿਸਟੈਂਸ ਆ ਜਾਣਾ ਸੀਗਾ 250 ਮੀਟਰ C ਆਪਸ਼ਨ।
ਨੈਕਸਟ ਵੀ ਇੱਕ ਟ੍ਰੇਨ ਵਾਲਾ ਕੁਐਸਚਨ ਸੀ, ਇਹਦੇ ਵਿੱਚ ਰਾਈਟ ਆਪਸ਼ਨ ਬਣਦੀ ਸੀ D 64 ਸੈਕਿੰਡ। ਤੇ ਅੱਗੇ ਸੀਗਾ ਇਫ ਐਨ ਅਮਾਊਂਟ ਡਬਲਸ ਇਨ 6 years ਹਾਊ ਮਚ ਵਿਲ ਇਟ ਇਨ 8 years, ਤਾਂ ਇਹਦਾ ਰਾਈਟ ਆਪਸ਼ਨ ਬਣਦਾ ਸੀ 1 ਸਹੀ 1/2, ਭਾਵ ਕਿ 3/2 ਇਹਦਾ ਆਨਸਰ ਬਣਦਾ ਸੀ ਇਹ ਆਪਸ਼ਨ। ਤੇ ਨੈਕਸਟ ਸੀਗਾ ਦੋਸਤੋ ਇਨਵੈਸਟਮੈਂਟ ਕੀਤੀ ਉਹਨਾਂ ਨੇ ਤਾਂ ਉਹਨਾਂ ਦੀ ਕੀ ਰੇਸ਼ੋ ਵਗੈਰਾ ਕੀ ਬਣਦੀ ਹੈ, ਤਾਂ ਇਹ ਰਾਈਟ ਆਪਸ਼ਨ ਸੀਗਾ D ਆਪਸ਼ਨ 6 3 2। ਤੇ ਨੈਕਸਟ ਕੰਪਾਊਂਡ ਇੰਟਰਸਟ ਦਾ ਸੀ, ਇਹਦਾ B ਆਪਸ਼ਨ ਰਾਈਟ ਸੀ 3560.16। ਇੱਕ ਹੋਰ ਸੀਗਾ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ, ਤੁਸੀਂ ਕੱਢ ਕੇ ਉਹਦਾ ਡਿਫਰੈਂਸ ਕੱਢਣਾ ਸੀ ਦੋਨਾਂ ਦਾ 234.375, ਇਹਦਾ ਆਨਸਰ ਸੀਗਾ B ਆਪਸ਼ਨ। ਤੇ ਨੈਕਸਟ ਦਾ ਦੋਸਤੋ ਮੰਡੇ ਸੀਗਾ 6 ਮਾਰਚ 2005 ਨੂੰ, 6 ਮਾਰਚ 2004 ਨੂੰ ਕਿਹੜਾ ਦਿਨ ਸੀਗਾ, ਤਾਂ ਇੱਕ ਦਿਨ ਬੈਕ ਚਲਾ ਜਾਏਗਾ, ਸੰਡੇ ਹੋ ਜਾਏਗਾ। ਤੇ ਨੈਕਸਟ ਦੋਸਤੋ 39th ਦੇ ਵਿੱਚ ਤੁਸੀਂ ਅਪ੍ਰੈਲ 2001 ਦੇ ਕਿਹੜੇ ਕਿਹੜੇ ਦਿਨਾਂ ਨੂੰ ਵੈਡਨਸਡੇ ਆਉਂਦਾ ਹੈ, ਤਾਂ ਇਹ ਰਾਈਟ ਆਪਸ਼ਨ D ਆਪਸ਼ਨ ਸੀ 4 11 18 25। ਐਂਗਲ ਦੱਸਣਾ ਸੀ ਅੱਗੇ ਤੁਸੀਂ ਮਿੰਟ ਹੈਂਡ ਤੇ ਔਰ ਹੈਂਡ ਦੇ ਵਿੱਚ, ਠੀਕ ਆ। ਇਹਦੇ ਵਿੱਚ ਐਂਗਲ ਬਣਦਾ ਸੀ ਜਿਹੜਾ ਉਹ ਬਣਦਾ ਸੀ 10 ਡਿਗਰੀ ਦਾ B ਆਪਸ਼ਨ। ਘੜੀ ਦੀਆਂ ਸੂਈਆਂ ਕਿੰਨੇ ਵਾਰ ਕੋਇਨਸਾਈਡ ਹੁੰਦੀਆਂ ਨੇ ਇੱਕ ਦਿਨ ਦੇ ਵਿੱਚ, ਤਾਂ ਇਹ ਹੁੰਦੀਆਂ ਨੇ ਜੀ 22 ਵਾਰ। ਇਹ ਤੁਸੀਂ ਕਾਫੀ ਵਾਰ ਪੜ੍ਹ ਲਿਆ ਹੋਣਾ ਕੁਐਸਚਨ, ਠੀਕ ਹੈ, ਕਾਫੀ ਕਿਤਾਬਾਂ ਦੇ ਵਿੱਚ ਦਿੱਤਾ, ਇੰਟਰਨੈਟ ਦੇ ਵਿੱਚ ਦਿੱਤਾ, ਤੇ ਜਿਨ੍ਹਾਂ ਨੂੰ ਇਹ ਯਾਦ ਹੀ ਸੀਗਾ ਆਪਸ਼ਨ ਉਹਨਾਂ ਨੇ ਸਿੱਧੀ ਟਿਕ ਲਗਾ ਦਿੱਤੀ ਹੋਣੀ ਆ। ਤੇ ਨੈਕਸਟ ਦੋਸਤੋ ਰੇਸ਼ੋ ਵਾਲਾ ਸੀ ਕੁਐਸਚਨ, ਇਹਦੇ ਵਿੱਚ ਤੁਹਾਡੀ ਰਾਈਟ ਆਪਸ਼ਨ ਬਣਦੀ ਹੈ B ਆਪਸ਼ਨ 1,53,600। ਤੇ ਨੈਕਸਟ ਦੋਸਤੋ ਗਾਰਡਨ ਵਾਲੇ ਦੇ ਵਿੱਚ 2000 ਟੈਲਾਂ ਜਿਹੜੀਆਂ ਲੱਗਣੀਆਂ ਸੀਗੀਆਂ C ਆਪਸ਼ਨ। ਤੇ ਨੈਕਸਟ ਰੈਕਟੈਂਗੂਲਰ ਹਾਲ ਵਾਲੇ ਦੇ ਵਿੱਚ C ਆਪਸ਼ਨ ਰਾਈਟ ਸੀ, ਇਹਦੀ 50 ਮੀਟਰ ਐਂਡ 30 ਮੀਟਰ ਲੈਂਥ ਬ੍ਰੈਡਥ ਸੀ ਇਹਨਾਂ ਦੀ। ਤੇ ਨੈਕਸਟ ਪਲਾਟ ਦਾ ਕੁਐਸਚਨ ਸੀਗਾ ਜਿਹਦੇ ਵਿੱਚ ਗੱਡਾ ਬਣਾਇਆ ਹੋਇਆ ਸੀ, ਡਰੇਨਲੈਟ ਬਣਾਈ ਹੋਈ ਸੀ ਆਊਟਸਾਈਡ ਤੇ ਇਹਦੀ ਰਾਈਟ ਆਪਸ਼ਨ ਜਿਹੜੀ ਬਣਦੀ ਆ ਉਹ ਬਣਦੀ ਆ 1.227 ਮੀਟਰ C ਆਪਸ਼ਨ। ਤੇ ਹੁਣ ਅੱਗੇ ਆਪਾਂ ਫਟਾਫਟ ਇੰਗਲਿਸ਼ ਦੇ ਦੇਖਦੇ ਹਾਂ। ਤਾਂ ਇੰਗਲਿਸ਼ ਦੇ ਵਿੱਚ ਜਿਹੜੀ ਇਹਦੀ ਆਪਸ਼ਨ ਸੀ B ਆਪਸ਼ਨ ਸੀ, ਮੋਹਨਜ਼ ਅਪੋਸਟ੍ਰੋਫ ਲੱਗਣਾ ਸੀ ਇਹਦੇ ਉੱਪਰ, ਠੀਕ ਹੈ। ਤੇ ਨੈਕਸਟ ਦੇ ਵਿੱਚ ਐਕਸੈਪਸ਼ਨ ਦੇ ਨਾਲ 2 ਲੱਗਣਾ ਸੀ, 47 ਦਾ A। 48 ਦੇ ਵਿੱਚ ਹੈਡ ਔਰ ਟੇਲ ਆਫ ਇਟ, ਅੰਡਰਸਟੈਂਡ ਇਟ, D ਆਪਸ਼ਨ ਸੀ ਇਹਦਾ। 49 ਦੇ ਵਿੱਚ A ਆਪਸ਼ਨ ਸੀਗਾ, ਵਿਲੇਜਰਸ ਵਰ ਇੰਜੋਇੰਗ ਵਿੰਟਰ ਈਵਨਿੰਗ ਅਰਾਊਂਡ ਦਾ ਫਾਇਰ। 50 ਦੇ ਵਿੱਚ ਜਿਹੜਾ ਆਪਸ਼ਨ ਸੀ ਉਹ B ਆਪਸ਼ਨ ਆ, ਫਿਲਮ ਹੈਡ ਬਿਗਨ, ਠੀਕ ਹੈ। ਕਾਫੀ ਜਿਹੜਾ ਵਧੀਆ ਵਧੀਆ ਵੈਬਸਾਈਟਸ 'ਤੇ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਕੁਐਸਚਨ, ਤੇ ਉੱਥੇ ਇਹਦਾ ਇਹੀ ਆਪਸ਼ਨ ਦਿੱਤਾ ਫਿਲਮ ਹੈਡ ਬਿਗਨ। 50 ਦਾ B ਆਪਸ਼ਨ। ਤੇ 51 ਦੇ ਵਿੱਚ ਜਿਹੜੀ ਆਪਸ਼ਨ ਆਣੀ ਸੀ ਉਹ B ਆਣੀ ਸੀ, ਕੰਸਾਈਂਸ। ਤੇ ਟੇਸਿਟ ਦਾ ਜਿਹੜਾ ਸੀਗਾ ਨੀਅਰੈਸਟ ਮੀਨਿੰਗ ਉਹ ਸੀਗਾ ਅਨਸਪੋਕਨ, A ਆਪਸ਼ਨ। ਚਿਵੈਲਰਸ ਇਹਦਾ ਸੀਗਾ ਦੋਸਤੋ ਰਾਈਟ ਆਪਸ਼ਨ B ਆਪਸ਼ਨ, ਡਸਟੈਡਲੀ। ਤੇ ਮਿਸਪੈਲਡ ਵਰਡ ਦੱਸਣਾ ਸੀ, ਇਹਦੇ ਵਿੱਚ ਸਾਫ ਪਤਾ ਲੱਗ ਰਿਹਾ ਸੀ ਐਂਟੀਸਿਪੇਟਡ, C ਆਪਸ਼ਨ। ਰੀਅਰੇਂਜ ਕਰਨੇ ਸੀਗੇ ਇਹਨਾਂ ਦੇ ਵਿੱਚ ਰਾਈਟ ਆਪਸ਼ਨ RQSP, C ਆਪਸ਼ਨ। ਤੇ ਅੱਗੇ ਦੋਸਤੋ ਪੰਜਾਬੀ ਦੇ ਆ ਗਏ ਜੀ। ਪੰਜਾਬੀ ਦੇ ਵਿੱਚ ਚਾਨਣ ਦਾ ਸਮਾਨਾਰਥਕ ਸ਼ਬਦ ਹੈ ਜੀ ਰੋਸ਼ਨੀ। ਤੇ ਸੁਚੱਜਾ ਦਾ ਜਿਹੜਾ ਵਿਰੋਧੀ ਸ਼ਬਦ ਹੈ ਉਹ ਕੁਚੱਜਾ, C ਆਪਸ਼ਨ। ਸਿੱਕੇ ਘੜੇ ਜਾਂਦੇ ਨੇ ਉਹਨੂੰ ਟਕਸਾਲ ਕਹਿੰਦੇ ਆ। ਫੋਕੀਆਂ ਟਾਰਾਂ ਮਾਰਨੀਆਂ ਇਹ ਹੁੰਦਾ ਜੀ ਜ਼ਬਾਨੀ ਜਮ੍ਹਾਂ ਖਰਚ ਕਰਨਾ, ਜ਼ਬਾਨੀ ਜਮ੍ਹਾਂ ਖਰਚ ਕਰਨਾ ਹੁੰਦਾ ਫੋਕੀਆਂ ਮਾਰਨੀਆਂ, ਠੀਕ ਹੈ। ਤਾਂ ਫੋਕੀਆਂ ਟਾਰਾਂ ਮਾਰਨੀਆਂ, ਜ਼ਬਾਨੀ ਜਮ੍ਹਾਂ ਖਰਚ ਕਰਨਾ, A ਆਪਸ਼ਨ। ਤੇ ਨੈਕਸਟ ਦੋਸਤੋ ਕਿਹੜਾ ਸਮਾਨਾਰਥਕ ਨਹੀਂ ਹੈ ਉਹ ਸੀਗਾ ਨਿਆਂ, A ਆਪਸ਼ਨ। ਬਾਕਿਆਂ ਦੇ ਵਿੱਚੋਂ ਗਲਤ ਦੱਸਣਾ ਸੀ C ਆਪਸ਼ਨ, ਊਠ ਅਤੇ ਗਊਆਂ ਵਿਕ ਗਏ। ਉਂਗਲ ਕਰਨੀ, ਦੋਸ਼ ਲਾਉਣਾ, A ਆਪਸ਼ਨ। ਪੁਰਖਵਾਚੀ ਪੜਨਾਮ ਕਿਹੜਾ ਨਹੀਂ ਹੈ, C ਆਪਸ਼ਨ, ਕੋਈ। ਮੁੱਖ ਕਿਰਿਆ ਦੇ ਕਾਲਬੋਧਕ ਅੰਸ਼ ਨੂੰ ਕੀ ਕਹਿੰਦੇ ਹਨ, B ਆਪਸ਼ਨ, ਸਹਾਇਕ ਕਿਰਿਆ। ਹੇਠ ਲਿਖੇ ਸਮੂਹ ਸ਼ਬਦ ਸਮੂਹਾਂ ਵਿੱਚੋਂ ਕਿਹੜਾ ਸ਼ਬਦ ਜੋੜਾਂ ਪੱਖੋਂ ਸਹੀ ਹੈ, ਤਾਂ ਇਹਦਾ ਸੀਗਾ A ਆਪਸ਼ਨ, 84। ਕਈ ਜਣਿਆਂ ਨੇ ਇਹ ਲਾਇਆ, ਤੁਸੀਂ B ਆਪਸ਼ਨ ਲਾਈ ਆ, ਬਟ ਜਿਹੜਾ ਸਹੀ ਹੁੰਦਾ ਉਹ 84 ਕਹਿੰਦੇ ਆਪਾਂ, ਜਾਂ ਚੁਗਿਰਦਾ ਕਹਿੰਦੇ ਆ, ਠੀਕ ਹੈ। ਤਾਂ A ਆਪਸ਼ਨ ਸੀਗੀ 65 ਦੀ। ਤੇ ਨੈਕਸਟ ਕੰਪਿਊਟਰ ਦੇ ਕੁਐਸਚਨ ਆ ਗਿਆ ਦੋਸਤੋ। ਕੰਪਿਊਟਰ ਦੇ ਵਿੱਚ ਪਹਿਲੇ ਦਾ ਸੀਗਾ ਆਲ ਦਾ ਲੌਜੀਕਲ ਮੈਥਮੈਟੀਕਲ ਕੈਲਕੂਲੇਸ਼ਨਸ ਡਨ ਬਾਈ ਕੰਪਿਊਟਰ ਇਨ ਸੈਂਟਰਲ ਪ੍ਰੋਸੈਸਿੰਗ ਯੂਨਿਟ। ਕੁਐਸਚਨ ਤੁਸੀਂ ਕਹਿ ਸਕਦੇ ਹੋ ਜਿਹੜੇ ਕੈਂਡੀਡੇਟ ਵਧੀਆ ਤਿਆਰੀ ਕਰ ਰਹੇ ਆ SSC ਲੈਵਲ ਦੀ, ਜਿਨ੍ਹਾਂ ਦੀ ਤਿਆਰੀ ਹੈ ਜਾਂ ਅੱਛੀ ਤਿਆਰੀ ਹੈ, ਠੀਕ ਹੈ, ਪੰਜਾਬ ਲੈਵਲ ਦੀ ਵੀ ਅੱਛੀ ਤਿਆਰੀ ਹੈ, ਕਾਫੀ ਟਾਈਮ ਤੋਂ ਕਰ ਰਹੇ ਆ, ਤਾਂ ਉਹਨਾਂ ਦੇ ਲਈ ਬਿਲਕੁਲ ਜਿਹੜਾ ਤੁਸੀਂ ਕਹਿ ਸਕਦੇ ਹੋ ਈਜ਼ੀ ਟੂ ਮੋਡਰੇਟ ਜਾਂ ਲੈਵਲ ਸੀਗਾ ਇਹ ਪੇਪਰ। ਤੇ ਜਿਹੜੇ ਮੈਂਸੂਰੇਸ਼ਨ ਕਰ ਰਹੇ ਸੀਗੇ ਉਹਨਾਂ ਨੂੰ ਥੋੜ੍ਹਾ ਧੱਕਾ ਲੱਗਿਆ ਹੋਣਾ ਕਿ ਮੈਂਸੂਰੇਸ਼ਨ ਦੇ ਸਿਰਫ 3 ਸਵਾਲ ਹੀ ਦੇਖਣ ਨੂੰ ਮਿਲੇ ਇਹਦੇ 'ਚ। ਤੇ ਨੈਕਸਟ ਦੋਸਤੋ ਕੰਪਿਊਟਰ ਦੇ ਵਿੱਚ ਪਹਿਲੇ ਦਾ ਸੀਗਾ CPU, ਸੈਂਟਰਲ ਪ੍ਰੋਸੈਸਿੰਗ ਯੂਨਿਟ, C ਆਪਸ਼ਨ। ਤੇ ਕਿਹੜਾ ਮੇਜਰ ਡਾਟਾ ਪ੍ਰੋਸੈਸਿੰਗ ਫੰਕਸ਼ਨ ਨਹੀਂ ਹੈ ਕੰਪਿਊਟਰ ਦਾ, ਤਾਂ ਇਹ ਸੀਗਾ ਦੋਸਤੋ ਐਨਾਲਾਈਜ਼ਿੰਗ ਦਾ ਡਾਟਾ ਔਰ ਇਨਫੋਰਮੇਸ਼ਨ, C ਆਪਸ਼ਨ। ਡਿਲੀਟ ਕੀ ਕਰਦੀ ਹੈ, ਰਾਈਟ ਕਰੈਕਟਰ ਨੂੰ ਡਿਲੀਟ ਕਰਦੀ ਹੈ, ਤਾਂ B ਆਪਸ਼ਨ, ਰਾਈਟ। ਈਮੇਲ ਅਕਾਊਂਟ ਇਨਕਲੂਡਸ ਸਟੋਰੇਜ ਏਰੀਆ, C ਆਪਸ਼ਨ, ਮੇਲ ਬਾਕਸ।
विच की कंटेन लाइन ब्रेक का हुण दोस्तों ये सीगा कि लाइन ब्रेक हुण दो चीज़ां ने इहदे विच, इहदा तुहानूं कॉमन पॉइंट मिल सकदा। शिफ्ट प्लस एंटर नाल भी हुंदा, ते जेकर आपां एक्सल दे विच देखीए तां ऑल्ट प्लस एंटर नाल भी लाइन ब्रेक एक्सल दे विच लग जांदी है, ठीक है। ते बाकी दे विच देखीए तां शिफ्ट प्लस एंटर नाल ही हुंदा। तां इहदा देखो हुण किहड़ा ऑप्शन सही करदे आ SSSB वाले, ਉਹ ਆਪਾਂ ऑफिशियल आंसर की दे विच चैक करांगे। वैसे इत्ते ऑब्जैक्शन जिहड़ी लग सकदी आ। ਤੇ 71 ਦੇ ਵਿੱਚ ਮੂਵਮੈਂਟ ਆਫ ਸਿਗਨਲਸ ਬਿਟਵੀਨ CPU ਇਨਪੁਟ ਆਊਟਪੁੱਟ ਇਜ਼ ਕੰਟਰੋਲਡ ਬਾਈ, ਤਾਂ ਇਹਦਾ ਕੰਟਰੋਲ ਯੂਨਿਟ ਆਣਾ ਸੀ B ਆਪਸ਼ਨ। what type of computer could be found in digital watch embedded computer? ਪੈਨ ਡਰਾਈਵ ਕੀ ਹੈ ਜੀ, ਫਲੈਸ਼ ਮੈਮਰੀ ਆ। ਤੇ ਜਦੋਂ ਤੁਸੀਂ ਸਰਵਰ ਤੇ ਡਾਟਾ ਅਪਲੋਡ ਕਰਦੇ ਹੋ ਇੰਟਰਨੈਟ ਦੇ ਉੱਤੇ ਤਾਂ ਅਪਲੋਡਿੰਗ ਕਹਿੰਦੇ ਆ ਉਹਨੂੰ। ਤੇ ਮੈਕੈਫੇ ਕੀ ਹੈ ਜੀ, ਐਂਟੀਵਾਇਰਸ ਹੈ। ਮਲਟੀਮੀਡੀਆ ਸਟਿਮੂਲੇਟਸ ਆਲ ਆਫ ਦਾ ਫੋਲੋਇੰਗ, ਠੀਕ ਹੈ। ਹੁਣ ਇਹਦੇ ਵਿੱਚ ਵੀ ਥੋੜ੍ਹੀ ਜਿਹੀ ਕਨਫਿਊਜ਼ਨ ਆ, ਸਾਊਂਡ ਇਮੇਜਸ ਤਾਂ ਹੁੰਦਾ ਹੀ ਆ ਮਲਟੀਮੀਡੀਆ ਦੇ ਵਿੱਚ, ਠੀਕ ਹੈ। ਤੇ ਇਹਦਾ ਭਾਵ ਹੈ, ਇਹ ਤੋਂ ਭਾਵ ਹੈ ਕਿ ਰੀਸਟੋਰ ਕਿੰਨੀਆਂ ਚੀਜ਼ਾਂ ਨੂੰ ਮਲਟੀਮੀਡੀਆ ਜਿਹੜਾ ਕਰ ਸਕਦਾ ਜਾਂ ਕਰਦਾ, ਠੀਕ ਹੈ। ਤਾਂ ਸਾਊਂਡ ਨੂੰ ਕਰ ਸਕਦਾ, ਇਮੇਜਸ ਨੂੰ ਕਰ ਸਕਦਾ। ਤਾਂ ਮੈਮਰੀ ਜੇ ਆਪਾਂ ਦੇਖੀਏ ਤਾਂ ਇਹ ਮੈਮਰੀ ਦੇ ਰੂਪ ਦੇ ਵਿੱਚ ਹੀ ਹੁੰਦੀਆਂ ਨੇ ਇਹ ਚੀਜ਼ਾਂ ਮਲਟੀਮੀਡੀਆ ਦੇ ਵਿੱਚ, ਸਾਊਂਡ ਇਮੇਜਸ, ਠੀਕ ਹੈ। ਤਾਂ ਵੈਸੇ ਤਾਂ ਲੱਗ ਰਿਹਾ ਸਾਈਟ, ਬਾਕੀ ਆਪਾਂ ਜਿਹੜਾ ਆਨਸਰ ਕੀ ਦੇ ਵਿੱਚ ਇਹਨੂੰ ਕਲੀਅਰ ਕਰ ਲਾਂਗੇ, ਠੀਕ ਹੈ। ਇਹਨੂੰ ਤੁਸੀਂ ਹਾਲੇ ਸਾਈਟ ਮੰਨ ਕੇ ਚੱਲੋ। ਤੇ ਨੈਕਸਟ ਦੋਸਤੋ, ਇਹ ਵਰਡ ਇਨ ਅ ਵੈਬ ਪੇਜ ਵੈਨ ਕਲਿਕਡ ਓਪਨਸ ਅਨਦਰ ਡਾਕੂਮੈਂਟ, ਇਹਦਾ ਆਉਣਾ ਸੀ ਹਾਈਪਰਲਿੰਕ, B ਆਪਸ਼ਨ। ਤੇ MS ਵਰਡ ਦੇ ਵਿੱਚ ਸਬਸਕ੍ਰਿਪਟ ਸੁਪਰਸਕ੍ਰਿਪਟ ਕੀ ਨੇ, ਇਹ ਹੈ ਜੀ ਫੌਂਟ ਇਫੈਕਟਸ ਹੁੰਦੇ ਨੇ ਇਹ, D ਆਪਸ਼ਨ। ਤੇ ਫੰਕਸ਼ਨ ਕਿਹੜਾ, ਟਾਈਮ ਦੱਸਦਾ, ਨਾਓ ਫੰਕਸ਼ਨ ਦੱਸਦਾ। ਤੇ ਨੈਕਸਟ ਦੋਸਤੋ ਕਾਲਨ ਆਉਣਾ ਸੀਗਾ A ਆਪਸ਼ਨ। ਤੇ ਨੈਕਸਟ ਆ ਗਿਆ ਜੀ ਐਗਰੀਕਲਚਰ ਦੇ ਵਿੱਚ ਪਹਿਲੇ ਦਾ ਸੀਗਾ B ਆਪਸ਼ਨ, ਗ੍ਰੈਂਡ ਗਰੋਥ ਫੇਸ। ਨੈਕਸਟ ਦੇ ਵਿੱਚ ਸੀਗਾ ਵਿਚ ਦਾ ਫੋਲੋਇੰਗ ਕ੍ਰੌਪ ਰੋਟੇਸ਼ਨ ਇਜ਼ ਦਾ ਬੈਸਟ ਫॉर ਮੇਨਟੇਨਿੰਗ ਸੋਇਲ ਫਰਟੀਲਿਟੀ। ਤਾਂ ਵੈਸੇ ਜਿਹੜਾ ਮੈਂ ਸਰਚ ਵਗੈਰਾ ਮਾਰ ਕੇ ਦੇਖਿਆ ਗੂਗਲ 'ਤੇ ਤਾਂ ਕਾਫੀ ਜਿਹੜੇ ਉੱਥੇ ਦਿੱਤਾ ਹੋਇਆ ਕਿ ਕਾਓਪੀ ਹੁੰਦੀ ਆ ਜਿਹੜੀ ਇਹ ਜ਼ਿਆਦਾ ਵਧੀਆ ਹੁੰਦੀ ਆ ਸੋਇਲ ਫਰਟੀਲਿਟੀ ਵਾਸਤੇ, ਠੀਕ ਹੈ। ਤਾਂ 82 ਦਾ ਜਿਹੜਾ B ਆਪਸ਼ਨ ਤੁਸੀਂ ਮੰਨ ਸਕਦੇ ਹੋ, ਬਾਕੀ ਆਪਾਂ ਕਲੀਅਰ ਕਰ ਲਾਂਗੇ ਆਨਸਰ ਕੀ ਦੇ ਵਿੱਚ। ਤੇ ਪਿੰਕ ਬੋਲ ਆ, ਜਿਹੜਾ ਪਿੰਕ ਬੋਲ ਹੁੰਦਾ ਜੀ ਕਾਟਨ ਦੇ ਲਈ। ਤੇ ਜਿਹੜੀ ਫਸਟ ਐਗਰੀਕਲਚਰ ਯੂਨੀਵਰਸਿਟੀ ਆ ਉਹ ਹੈ ਜੀ ਗੋਬਿੰਦ ਬੱਲਭ ਪੰਤ ਐਗਰੀਕਲਚਰ ਯੂਨੀਵਰਸਿਟੀ ਪੰਤਨਗਰ, C ਆਪਸ਼ਨ। ਤੇ ਮੇਜ਼ ਤੋੜੀਆ ਵੀਟ ਮੂੰਗ ਰੋਟੇਸ਼ਨ, ਇਹ ਕਿਹੜੀ ਰੋਟੇਸ਼ਨ ਹੈ ਜੀ, ਮਲਟੀਪਲ ਕ੍ਰੌਪਿੰਗ ਦੀ ਰੋਟੇਸ਼ਨ ਹੈ, ਠੀਕ ਹੈ। ਇਹਨੂੰ ਮਲਟੀਪਲ ਕ੍ਰੌਪਿੰਗ ਕਹਿੰਦੇ ਆ। ਐਸਿਡ ਰੇਨ ਦੇ ਵਿੱਚ ਕੀ ਹੈ ਜੀ, ਸਲਫਰ ਡਾਈਆਕਸਾਈਡ ਹੈ। ਸੋਇਲ ਇਨ ਪੰਜਾਬ ਇਜ਼ ਡਿਵਾਈਡਡ ਇਨਟੂ ਹਾਊ ਮੈਨੀ ਟਾਈਪਸ, ਠੀਕ ਆ। ਹੁਣ ਇੱਥੇ ਇਹਨਾਂ ਨੇ ਕਿਹਾ ਕਿ ਪੰਜਾਬ ਦੀ ਮਿੱਟੀ ਕਿੰਨੀਆਂ ਕਿਸਮਾਂ ਵਿੱਚ ਵੰਡੀ ਹੋਈ ਹੈ, ਠੀਕ ਆ। ਹੁਣ ਇੱਥੇ ਦੋ ਚੀਜ਼ਾਂ ਹੁੰਦੀਆਂ ਨੇ, ਜੇ ਤਾਂ ਮਿੱਟੀਆਂ ਦੇ ਹਿਸਾਬ ਨਾਲ ਦੇਖੀਏ ਤਾਂ 5 ਆਉਣਾ ਚਾਹੀਦਾ, ਕਿਉਂਕਿ ਮਿੱਟੀਆਂ ਜਿਹੜੀਆਂ 5 ਜਾਂ 5 ਤੋਂ ਵੱਧ ਹੀ ਨੇ ਪੰਜਾਬ ਦੇ ਵਿੱਚ। ਤੇ ਜੇਕਰ ਆਪਾਂ ਦੇਖੀਏ ਟਾਈਪਸ, ਕੈਟਾਗਰੀਜ਼ ਦੇਖੀਏ ਕਿੰਨੀਆਂ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤੀ ਹੋਈ ਆ ਪੰਜਾਬ ਦੀ ਮਿੱਟੀ, ਤਾਂ ਉਹ 3 ਕੈਟਾਗਰੀਜ਼ ਦੇ ਵਿੱਚ ਕੀਤੀ ਹੋਈ ਆ, ਠੀਕ ਹੈ। ਹੁਣ ਇਹ ਕਲੀਅਰ ਕਰਨਾ ਜ਼ਰੂਰੀ ਹੈ ਕਿ ਇਹਨਾਂ ਨੇ ਕੈਟਾਗਰੀਜ਼ ਪੁੱਛਿਆ ਜਾਂ ਅੱਗੇ ਕਿਸਮਾਂ ਪੁੱਛਿਆ। ਵੈਸੇ ਇੱਥੇ ਟਾਈਪਸ ਲਿਖਿਆ ਤਾਂ 5 ਹੀ ਆਉਣਾ ਚਾਹੀਦਾ, ਠੀਕ ਹੈ, ਕਿਉਂਕਿ ਮਿੱਟੀ ਆ ਜਿਹੜੀ 5 ਜਾਂ 5 ਤੋਂ ਵੱਧ ਕਿਸਮਾਂ ਦੀ ਪੰਜਾਬ ਦੇ ਵਿੱਚ ਪਾਈ ਜਾਂਦੀ ਹੈ ਅਲੱਗ-ਅਲੱਗ ਤਰ੍ਹਾਂ ਦੀ। ਤੇ ਇਹਦਾ ਤੁਸੀਂ ਵੈਸੇ ਮੰਨ ਕੇ ਚੱਲੋ, ਜੇ ਮੈਂ ਤਾਂ ਇਹਦਾ ਮਤਲਬ D ਮੰਨ ਕੇ ਚੱਲਦਾ, ਬਾਕੀ ਆਪਾਂ ਆਨਸਰ ਕੀ ਦੇ ਵਿੱਚ ਹੀ ਇਹਦਾ ਦੇਖਾਂਗੇ। ਤੇ ਡੈਜ਼ਰਟ ਸੋਇਲ ਕਿੱਥੇ ਪਾਈ ਜਾਂਦੀ ਆ, ਸਾਊਥ ਵੈਸਟ ਰੀਜਨ ਆਫ ਪੰਜਾਬ ਦੇ ਵਿੱਚ ਪਾਈ ਜਾਂਦੀ ਆ, A ਆਪਸ਼ਨ। ਵਿਚ ਵਨ ਆਫ ਦਾ ਫੋਲੋਇੰਗ ਨਾਟ ਅ ਪਾਰਟ ਆਫ ਗ੍ਰੀਨ ਰੈਵੋਲੂਸ਼ਨ, ਕ੍ਰੌਪ ਇੰਸ਼ੋਰੈਂਸ, D ਆਪਸ਼ਨ। ਤੇ ਨੈਕਸਟ ਦੋਸਤੋ 90 ਦੇ ਵਿੱਚ ਸੀਗਾ ਖਰੀਫ ਸੀਜ਼ਨ ਦੀ ਕਿਹੜੀ ਫਸਲ ਕਹਿੰਦਾ ਨਹੀਂ ਆ, ਤਾਂ ਉਹ ਹੈ ਜੀ ਜੌਂ ਅਤੇ ਸਰੋਂ, ਬਾਰਲੇ ਐਂਡ ਮਸਟਰਡ, C ਆਪਸ਼ਨ। ਕਾਰਨਰ ਸਟੋਨ ਆਫ ਫਾਊਂਡੇਸ਼ਨ ਆਫ ਸ਼੍ਰੀ ਹਰਿਮੰਦਰ ਸਾਹਿਬ ਨੀਂਹ ਕਿਹਨੇ ਰੱਖੀ ਸੀ, ਤਾਂ ਮੀਆਂ ਮੀਰ ਜੀ ਨੇ ਰੱਖੀ ਸੀ, B ਆਪਸ਼ਨ। ਟ੍ਰੈਂਗੂਲਰ ਰੀਜਨ ਨੂੰ ਕੀ ਕਹਿੰਦੇ ਨੇ, ਸਤਲੁਜ ਤੇ ਬਿਆਸ ਨੂੰ ਦੁਆਬਾ ਕਹਿੰਦੇ ਆ ਜੀ। ਸੱਗੀ ਫੁੱਲ ਕੀ ਹੈ ਜੀ, ਇੱਕ ਔਰਨਾਮੈਂਟ ਹੈ, ਗਹਿਣਾ। ਪਾਇਓਨੀਅਰ ਆਫ ਪੰਜਾਬੀ ਸੂਬਾ ਮਾਸਟਰ ਤਾਰਾ ਸਿੰਘ, A ਆਪਸ਼ਨ। ਭਗਤ ਸਿੰਘ ਨੇ ਕਿਹੜੇ ਦੋ ਪਾਰਟੀਆਂ ਨਾਲ ਸੰਬੰਧਿਤ ਸੀ, ਨੌਜਵਾਨ ਭਾਰਤ ਸਭਾ ਤੇ HSRA, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ, D ਆਪਸ਼ਨ। ਫੋਕ ਗੇਮ ਕਿਹੜੀ ਨਹੀਂ ਹੈ, ਤਾਂ ਇਹਦੀ ਪਹੁੰਚੀ ਹੀ ਤੁਸੀਂ ਕਹਿ ਸਕਦੇ ਹੋ ਕਿ ਬਾਕੀ ਸਾਰੀਆਂ ਗੇਮਸ ਹੁੰਦੀਆਂ ਨੇ, C ਆਪਸ਼ਨ। ਤੇ ਮੱਕਾ ਆਫ ਇੰਡੀਅਨ ਹਾਕੀ ਸੰਸਾਰਪੁਰ ਹੈ ਜੀ। ਤੇ ਜਲਿਆਂਵਾਲਾ ਬਾਗ ਟ੍ਰੈਜਡੀ ਦੇ ਲਈ ਕੌਣ ਜ਼ਿੰਮੇਵਾਰ ਸੀ, ਜਨਰਲ ਡਾਇਰ, B ਆਪਸ਼ਨ। 99 ਦੇ ਵਿੱਚ ਖੁਸ਼ਵੰਤ ਸਿੰਘ ਦੀ ਆਟੋਬਾਇਓਗ੍ਰਾਫੀ ਸੀ ਜੀ, ਟਰੁੱਥ, ਲਵ ਐਂਡ ਲਿਟਲ ਮੈਲਿਸ। ਮਸੰਦ ਸਿਸਟਮ ਕਿਹਨਾਂ ਨੇ ਸ਼ੁਰੂ ਕੀਤਾ ਸੀਗਾ, ਇਸ ਕੀਤਾ ਸੀ ਗੁਰੂ ਰਾਮਦਾਸ ਜੀ ਨੇ। ਤੇ ਫਸਟ ਲਾਅ ਆਫਿਸਰ ਕੌਣ ਨੇ ਜੀ, ਇਹ ਨੇ ਜੀ ਅਟਾਰਨੀ ਜਨਰਲ ਆਫ ਇੰਡੀਆ, AG। ਵਿਚ ਆਫ ਦਾ ਫੋਲੋਇੰਗ ਨਾਟ ਅ ਮੇਜਰ ਗ੍ਰੀਨ ਹਾਊਸ, ਇਹ ਹੈ ਜੀ ਓਜ਼ੋਨ, A ਆਪਸ਼ਨ ਆਣੀ ਸੀ ਇਹਦੀ।
ਲਾਈਵ ਬਰਥ ਰੇਟ ਪਰ 1000 ਪੋਪੂਲੇਸ਼ਨ, ਇਹਨੂੰ ਕਹਿੰਦੇ ਆ ਜੀ ਕਰੂਡ ਬਰਥ ਰੇਟ, ਸੀ ਆਪਸ਼ਨ। ਆਸ਼ਾ ਦਾ ਆਉਣਾ ਸੀ ਦੋਸਤੋ ਐਕਰੀਡੇਟਡ ਸੋਸ਼ਲ ਹੈਲਥ ਐਕਟਿਵਿਸਟਸ, ਤੇ ਇਹ ਹੁਣ ਪਤਾ ਨਹੀਂ ਇਹਨਾਂ ਨੇ ਫੁੱਲ ਫਾਰਮ ਕਿਸ ਬੇਸਿਸ ਤੇ ਪਾਈ ਹੈ ਇੱਥੇ। ਤੇ ਨੈਕਸਟ ਦੋਸਤੋ ਆਉਣਾ ਸੀ ਵਿਚ ਦਾ ਫੋਲੋਇੰਗ ਡਜ਼ ਨਾਟ ਕੁਆਲੀਫਾਈ ਫॉर ਕਰਟੇਲਿੰਗ ਦਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਅੰਡਰ ਇੰਡੀਅਨ ਕਨਸਟੀਟਿਊਸ਼ਨ, ਤਾਂ ਇਹਦੀ ਜਿਹੜੀ ਰਾਈਟ ਆਪਸ਼ਨ ਆਣੀ ਸੀ ਉਹ ਸੀ ਆਣੀ ਸੀ, ਡਿਮਾਂਡ ਫॉर ਆਟੋਨੋਮੀ। ਤੇ ਇੰਟਰਨੈਸ਼ਨਲ ਯੋਗਾ ਡੇ ਸਾਰਿਆਂ ਨੂੰ ਪਤਾ 21 ਜੂਨ, ਇਹ ਆਪਸ਼ਨ। ਕਿਹੜੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਦੀ ਜਿਹੜੀ ਹਕੂਮਤ ਨੂੰ ਪ੍ਰਮੁੱਖਤਾ ਮਿਲੀ ਸੀ, ਪਲਾਸੀ ਦੀ ਲੜਾਈ ਤੋਂ ਬਾਅਦ 1757, ਇਹ ਆਪਸ਼ਨ। ਤੇ IRDA ਕੀ ਹੈ ਜੀ, ਇੱਕ ਸਟੈਚੂਟਰੀ ਬੋਡੀ ਹੈ, ਕਾਨੂੰਨੀ ਸੰਸਥਾ, ਇਹ ਆਪਸ਼ਨ। ਵਿਚ ਇੰਸਟੀਟਿਊਸ਼ਨ ਰਿਲੀਜ਼ਸ ਦਾ ਇੰਡੀਆ ਇਨੋਵੇਸ਼ਨ ਇੰਡੈਕਸ, ਨੀਤੀ ਆਯੋਗ ਕਰਦਾ ਜੀ, ਇਹ ਆਪਸ਼ਨ। ਮਲੇਰਕੋਟਲਾ 23ਵਾਂ ਜ਼ਿਲ੍ਹਾ ਬਣਿਆ, ਸੀ ਆਪਸ਼ਨ। ਤੇ ਰੈਂਕ ਕਿੰਨਵਾਂ ਮਿਲਿਆ ਇੰਡੀਆ ਨੂੰ ਡੂਇੰਗ ਬਿਜ਼ਨਸ ਰਿਪੋਰਟ 2020 ਦੇ ਵਿੱਚ ਵਰਲਡ ਬੈਂਕ ਦੁਆਰਾ, ਇਹ ਹੈ ਜੀ 63ਵਾਂ ਰੈਂਕ, 63, ਸੀ ਆਪਸ਼ਨ। ਤੇ ਅੱਗੇ ਹੈ ਜੀ ਮੋਟਰ ਵਹੀਕਲ ਅਮੈਂਡਮੈਂਟ ਐਕਟ 2019 ਦੇ ਵਿੱਚ ਕਿਸ ਚੀਜ਼ ਨੂੰ ਇਨਕਲੂਡ ਕੀਤਾ ਗਿਆ ਜੀ ਐਗਰੀਗੇਟਰਸ ਨੂੰ, ਬੀ ਆਪਸ਼ਨ। ਕੋਲੀਜੀਅਮ ਸਿਸਟਮ ਵਾਜ਼ ਇੰਟਰੋਡਿਊਸਡ ਇਨ ਰਿਲੇਸ਼ਨ ਟੂ, ਤਾਂ ਇਹਦਾ ਸੀ ਆਪਸ਼ਨ ਬਣਦਾ ਜੁਡੀਸ਼ਰੀ। ਤੇ ਕਿਹੜੀ ਯੂਨੀਵਰਸਿਟੀ ਨੂੰ ਯੂਨੈਸਕੋ ਵਰਲਡ ਕਲਚਰਲ ਹੈਰੀਟੇਜ ਦਾ ਮਿਲਿਆ ਹੋਇਆ, ਤਾਂ ਉਹ ਮਿਲਿਆ ਜੀ ਨਾਲੰਦਾ ਯੂਨੀਵਰਸਿਟੀ, ਸੀ ਆਪਸ਼ਨ। ਤੇ ਸਹੀ ਪੇਅਰ ਦੱਸਣਾ ਸੀ ਤੁਸੀਂ, ਹਰਿਆਣਾ ਦਾ ਸੀਗਾ 1 ਨਵੰਬਰ 1966, ਇਹ ਆਪਸ਼ਨ। ਤੇ ਨੈਕਸਟ ਦੋਸਤੋ ਫਲੈਗ ਸੱਤਿਆਗ੍ਰਹਿ ਵੱਲਭ ਭਾਈ ਪਟੇਲ ਨੇ ਕਿੱਥੇ ਕੀਤਾ ਸੀ ਜੀ ਨਾਗਪੁਰ ਦੇ ਵਿੱਚ, ਠੀਕ ਹੈ। ਤੇ 116 ਦਾ ਬੀ ਆਪਸ਼ਨ। 117 ਦੇ ਵਿੱਚ ਮਿਲਟਰੀ ਅਲਾਇੰਸ ਤੁਸੀਂ ਦੱਸਣਾ ਸੀ, ਇਹ ਸੀ ਨਾਟੋ, ਸੀ ਆਪਸ਼ਨ। ਤੇ ਨੈਕਸਟ ਦੋਸਤੋ ਸੋਲਰ ਦੇ ਉੱਤੇ ਕਿਹੜਾ 에ਅਰਪੋਰਟ ਹੈ ਜਿਹੜਾ ਪਹਿਲਾ 에ਅਰਪੋਰਟ ਹੈ ਇੰਡੀਆ ਦਾ, ਤਾਂ ਉਹ ਹੈ ਜੀ ਕੋਚੀ 에ਅਰਪੋਰਟ, ਇਹ ਆਪਸ਼ਨ। ਵਰਸਟਾਈਲ ਬਾਲੀਵੁੱਡ ਐਕਟਰ ਇਰਫਾਨ ਖਾਨ ਨੂੰ ਜਿਹੜਾ ਅਵਾਰਡ ਮਿਲਿਆ ਸੀ 2020 ਦੇ ਵਿੱਚ ਨੈਸ਼ਨਲ ਅਵਾਰਡ ਫॉर ਵਿਚ ਮੂਵੀ, ਇਹ ਸੀ ਪਾਨ ਸਿੰਘ ਤੋਮਰ, ਇਹ ਆਪਸ਼ਨ। ਵਿੰਟਰ 올림픽 2022 ਦੀਆਂ ਕਿੱਥੇ ਹੋਣ ਜਾ ਰਹੀਆਂ ਨੇ, ਉਹ ਹੋਣ ਜਾ ਰਹੀਆਂ ਨੇ ਬੀਜਿੰਗ, ਚਾਈਨਾ ਦੇ ਵਿੱਚ। ਤੇ ਇਹ ਸੀ ਦੋਸਤੋ 120 ਕੁਐਸਚਨ ਤੁਹਾਡੇ, ਇਹਦੀ ਆਨਸਰ ਕੀ, ਤੇ 1-2 ਕੁਐਸਚਨ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਡਾਊਟਫੁਲ ਨੇ, ਉਹ ਆਪਾਂ ਕਲੀਅਰ ਕਰ ਲਾਂਗੇ ਆਨਸਰ ਕੀ ਦੇ ਵਿੱਚ। ਤੇ ਹੁਣ ਤੁਸੀਂ ਆਪਣਾ ਸਕੋਰ ਜ਼ਰੂਰ ਦੱਸਣਾ, ਕਿੰਨਾ ਸਕੋਰ ਬਣਦਾ ਕੈਲਕੂਲੇਟ ਕਰਨ ਤੋਂ ਬਾਅਦ, ਅਟੈਂਪਟਡ ਕੁਐਸਚਨ ਕਿੰਨੇ ਨੇ ਤੁਹਾਡੇ ਤੇ ਸਕੋਰ ਕਿੰਨਾ ਬਣਦਾ। ਜੇ ਸਕੋਰ ਦੱਸ ਦਿਓ, ਅਟੈਂਪਟਡ ਕੁਐਸਚਨ ਨਾ ਵੀ ਦੱਸੋ ਕੋਈ ਦਿੱਕਤ ਨਹੀਂ, ਸਕੋਰ ਜ਼ਰੂਰ ਦੱਸੋ ਕਿੰਨਾ ਬਣਦਾ, ਤਾਂ ਕਿ ਆਪਾਂ ਕੱਟ ਆਫ ਦਾ ਅੰਦਾਜ਼ਾ ਲਗਾ ਸਕੀਏ। ਤੇ ਸਕੋਰ ਸਾਰਿਆਂ ਨੇ ਐਗਜ਼ੈਕਟ ਦੱਸਣਾ, ਕੋਈ ਉੱਪਰ ਨੀਚੇ ਨਹੀਂ ਕਰਨਾ, ਠੀਕ ਹੈ। ਤੇ ਆਲ ਦੀ ਬੈਸਟ ਸਾਡੇ ਵੱਲੋਂ। ਤੇ ਜਿਨ੍ਹਾਂ ਦਾ ਸਕੋਰ 70+ ਆ ਰਿਹਾ, ਠੀਕ ਹੈ, ਉਹ ਆਪਣੇ ਦੂਜੇ ਪੇਪਰ ਦੀ ਤਿਆਰੀ ਅੱਜ ਤੋਂ ਹੀ ਕਰਨ ਲੱਗ ਜਾਓ। ਤੇ ਜਿਨ੍ਹਾਂ ਦਾ 70 ਤੋਂ ਨੀਚੇ ਆ ਰਿਹਾ, ਜਾਂ ਮੰਨ ਲਓ 65 ਤੋਂ ਉੱਪਰ ਆ ਰਿਹਾ, ਠੀਕ ਹੈ, ਉਹ ਵੀ ਕਰਨ ਲੱਗ ਜਾਓ, ਕਿਉਂਕਿ ਕੋਈ ਪਤਾ ਨਹੀਂ 65 ਤੱਕ ਵੀ ਆ ਜਾਏ, ਠੀਕ ਹੈ, ਤਾਂ ਆਪਾਂ ਅੰਦਾਜ਼ਾ ਜ਼ਰੂਰ ਲੱਗ ਜਾਏਗਾ। ਇੱਕ ਵਾਰ ਕਮੈਂਟ ਜ਼ਰੂਰ ਕਰੋ ਤੁਸੀਂ, ਤੇ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।